ਹਾਲੇਲੂਇਆ। आइए ਅਸੀਂ ਪੜਾਂਗੇ ਲੂਕਾ ਦੀ ਇੰਜੀਲ 10 ਅਧਿਆਇ ਦੇ 16 ਵਚਨ ਤੋਂ ਅਸੀਂ ਪੜ੍ਹਨਾ ਸ਼ੁਰੂ ਕਰਾਂਗੇ। ਲੂਕਾ 10 ਅਧਿਆਇ ਉਹਦੇ 16 ਵਚਨ ਤੋਂ ਅਸੀਂ ਪੜਾਂਗੇ ਕਿ ਪਰਮੇਸ਼ਵਰ ਦਾ ਵਚਨ ਸਾਡੇ ਨਾਲ ਅੱਜ ਕੀ ਗੱਲ ਕਰਨਾ ਚਾਹੁੰਦੇ ਆ। ਪੜਾਂਗੇ ਅਸੀਂ। जो तुम्हारी सुनता है वे मेरी सुनता है। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਜਿਹੜੇ ਹੈਗੇ ਆਪਣੇ ਚੇਲਿਆਂ ਨੂੰ ਸੇਵਾ 'ਚ ਭੇਜਣ ਤੋਂ ਪਹਿਲਾਂ ਜਿਹੜੇ ਹੈਗੇ ਆ ਕੁਛ ਨਿਰਦੇਸ਼ ਜਿਹੜੇ ਦੇ ਰਹੇ ਆ, ਕੁਛ ਉਹਨਾਂ ਨੂੰ ਦੱਸ ਰਹੇ ਹੈਗੇ ਕਿ ਤੁਸੀਂ ਜਦੋਂ ਜਾਣਾ ਹੈਗਾ ਆ ਤੇ ਲੋਕ ਤੁਹਾਨੂੰ ਕਿੱਦਾਂ ਦੇ ਮਿਲਣਗੇ, ਕਿੱਦਾਂ ਦੇ ਘਰ 'ਚ ਰੁਕਣਾ ਆ, ਜਾਂ ਸੇਵਾ ਦੇ ਜਿਹੜੇ ਕੰਮ ਹੈਗੇ ਤੁਹਾਡੇ ਕਿੱਦਾਂ ਦੇ ਹੋਣੇ ਚਾਹੀਦੇ ਹੈਗੇ। ਔਰ ਪ੍ਰਭੂ ਯਿਸੂ ਮਸੀਹ ਨੇ ਚੇਲਿਆਂ ਨੂੰ ਭੇਜਣ ਤੋਂ ਪਹਿਲਾਂ ਇੱਕ ਗੱਲ ਕਹੀ ਕਿ ਜਿਹੜਾ ਤੁਹਾਡੀ ਸੁਣਦਾ ਆ ਉਹ ਕਿਹਦੀ ਸੁਣਦਾ ਆ? ਉਹ ਪ੍ਰਭੂ ਯਿਸੂ ਮਸੀਹ ਦੀ ਗੱਲ ਨੂੰ ਸੁਣਦਾ ਹੈਗਾ। ਇਹਦਾ ਮਤਲਬ ਹੈਗਾ ਪ੍ਰਭੂ ਯਿਸੂ ਮਸੀਹ ਨੇ ਆਪਣੇ ਦਾਸ ਨੂੰ ਇੱਕ ਬਹੁਤ ਵੱਡਾ ਅਧਿਕਾਰ ਦੇ ਦਿੱਤਾ। ਪਰ ਇਹਦੇ ਵਿੱਚ ਸਿੱਖਣ ਵਾਲੀ ਗੱਲ ਇਹ ਹੈਗੀ ਆ ਕਿ ਦਾਸ ਦਾ ਸਭ ਤੋਂ ਪਹਿਲਾਂ ਕਿ ਦਾਸ ਇਸ ਯੋਗ ਹੈਗਾ ਆ ਜਾਂ ਨਹੀਂ ਆ, ਜਾਂ ਉਹ ਪ੍ਰਭੂ ਦੀ ਇੱਛਾ ਦੇ ਉੱਪਰ ਚੱਲਦਾ ਹੈਗਾ ਜਾਂ ਨਹੀਂ ਹੈਗਾ। ਕਿਉਂਕਿ ਵਚਨ ਤੇ ਹਰ ਕੋਈ ਸੁਣਾ ਸਕਦਾ ਜੀ। ਵਚਨ ਤੇ ਝੂਠਾ ਨਬੀ ਵੀ ਸੁਣਾ ਸਕਦਾ ਜੇ, ਵਚਨ ਝੂਠਾ ਵਿਸ਼ਵਾਸੀ ਵੀ ਸੁਣਾ ਸਕਦਾ ਹੈਗਾ ਆ। ਪਰ ਇਹ ਹੈਗਾ ਆ ਕਿ ਉਹਦੇ ਅੰਦਰ ਪ੍ਰਭੂ ਪਹਿਲੋਂ ਕੰਮ ਕਰਦਾ ਕਿ ਨਹੀਂ ਕਰਦਾ। ਇਹ ਕਿਹਦੇ ਵੱਲੋਂ ਭੇਜਿਆ ਹੋਇਆ ਆ? ਪ੍ਰਭੂ ਯਿਸੂ ਮਸੀਹ ਵੱਲੋਂ ਭੇਜਿਆ ਹੋਇਆ ਜਿਹੜਾ ਦਾਸ ਹੈ ਉਹ ਅਲੱਗ ਹੈਗਾ ਆ। ਔਰ ਸ਼ੈਤਾਨ ਦੇ ਵੀ ਵਚਨ 'ਚ ਲਿਖਿਆ ਸ਼ੈਤਾਨ ਦੇ ਵੀ ਦਾਸ ਹੈਗੇ ਆ। ਅਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਜਿਹੜਾ ਤੇਰੀ ਸੁਣਦਾ ਆ ਉਹ ਮੇਰੀ ਸੁਣਦਾ ਆ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਪਤਾ ਹੋਵੇ ਕਿ ਜਿਹੜੀ ਆਵਾਜ਼ ਆ ਰਹੀ ਆ ਉਹ ਪ੍ਰਭੂ ਵੱਲੋਂ ਹੈ ਆ ਜਾਂ ਨਹੀਂ। ਕਿਉਂਕਿ ਲੋਕ ਬੜੇ ਅਲੱਗ-ਅਲੱਗ ਤਰੀਕੇ ਦੇ ਮਿਲਣਗੇ। ਕੋਈ ਕਿਸੇ ਤਰ੍ਹਾਂ ਦਾ ਵਚਨ ਲੈ ਕੇ ਆਏਗਾ, ਕੋਈ ਕਿਸੇ ਤਰ੍ਹਾਂ ਦਾ ਵਚਨ ਲੈ ਕੇ ਆਏਗਾ। ਉਹਦੇ 'ਚ ਪਹਿਚਾਨਣ ਦੀ ਜ਼ਰੂਰਤ ਆ। ਪ੍ਰਭੂ ਨੇ ਕਿਹਾ ਜੋ ਤੁਹਾਡੀ ਸੁਣਦਾ ਉਹ ਮੇਰੀ ਸੁਣਦਾ ਹੈਗਾ। ਔਰ ਕੀ ਲਿਖਿਆ ਅੱਗੇ? और जो तुम्हें तुच्छ जानता है, ਯਾਦ ਰੱਖੋ ਪ੍ਰਭੂ ਯਿਸੂ ਮਸੀਹ ਕਹਿੰਦੇ ਪਰ ਜੇ ਕੋਈ ਤੁਹਾਨੂੰ ਤੁੱਛ ਜਾਣਦਾ ਆ वे मुझे तुच्छ जानता है। ਉਹ ਮੈਨੂੰ ਵੀ ਤੁੱਛ ਜਾਣਦਾ। ਮਤਲਬ ਜੇ ਕੋਈ ਤੁਹਾਨੂੰ ਰੱਦ ਕਰ ਦਿੰਦਾ, ਜੇ ਕੋਈ ਤੁਹਾਡੀ ਗੱਲ ਨੂੰ ਨਹੀਂ ਮੰਨਦਾ, ਤੇ ਪ੍ਰਭੂ ਕਹਿੰਦੇ ਉਹ ਮੇਰੀ ਗੱਲ ਨੂੰ ਵੀ ਨਹੀਂ ਮੰਨਣ ਡਿਆ ਹੈਗਾ। ਇਹਦਾ ਮਤਲਬ ਖਾਸ ਕਰਕੇ ਬੜਾ ਯਾਦ ਰੱਖੋ ਗਹਿਰਾ ਹੈਗਾ ਜੇ ਕਿ ਆਪਣੇ ਦਾਸ ਦੀ ਹਰ ਗੱਲ ਉੱਪਰ ਕੰਨ ਲਾਉਣਾ। ਪਰ ਪਹਿਲਾਂ ਮੈਂ ਕਹਿ ਚੁੱਕਿਆ ਕਿ ਦਾਸ ਹੋਣਾ ਸੱਚਾ ਚਾਹੀਦਾ ਹੈ, ਕਿਉਂਕਿ ਦਾਸ ਤੇ ਬਹੁਤ ਹੈਗੇ ਆ। ਪਰ ਦਾਸ ਹੋਵੇ ਸੱਚਾ, ਵਚਨ ਦੀ ਗੱਲ ਕਰਦਾ ਹੋਵੇ, ਵਚਨ ਦੇ ਉੱਪਰ ਚੱਲਦਾ ਹੋਵੇ, ਵਚਨ ਦੇ ਦੁਆਰਾ ਹੀ ਲੋਕਾਂ ਦੇ 'ਚ ਕੰਮ ਕਰਦਾ ਹੋਵੇ। ਪ੍ਰਭੂ ਯਿਸੂ ਮਸੀਹ ਨੇ ਕਿਹਾ ਪਰ ਜਿਹੜਾ ਤੁਹਾਨੂੰ ਤੁੱਛ ਜਾਣਦਾ ਮੈਨੂੰ ਤਾਂ ਇਹਦਾ ਮਤਲਬ ਹੈਗਾ ਕਿ ਅਸੀਂ ਜਦੋਂ ਬੋਲਦੇ ਹੈਗੇ ਆ ਕਦੀ ਕਦੀ ਹੋ ਸਕਦਾ ਅਸੀਂ ਦਾਸ ਆਪਣੇ ਦੇ ਖਿਲਾਫ ਕੁਝ ਗਲਤ ਸ਼ਬਦ ਮੂੰਹ 'ਚੋਂ ਇਸਤੇਮਾਲ ਕੀਤਾ ਹੋਵੇ ਤੇ ਪ੍ਰਭੂ ਕਹਿੰਦਾ ਤੂੰ ਮੇਰੇ ਵਾਸਤੇ ਕਰ ਦਿੱਤਾ ਹੈਗਾ। ਕਿਉਂਕਿ ਕਹਿੰਦਾ ਤੂੰ ਦਾਸ ਨੂੰ ਤੁੱਛ ਨਹੀਂ ਜਾਣਿਆ, ਤੂੰ ਮੈਨੂੰ ਤੁੱਛ ਜਾਣਿਆ। ਔਰ ਅੱਗੇ ਕੀ ਲਿਖਿਆ? और जो मुझे तुच्छ जानता है वे मेरे भेजने वाले को तुच्छ जानता है। ਪ੍ਰਭੂ ਯਿਸੂ ਮਸੀਹ ਕਹਿੰਦੇ ਕਿ ਜਿਹੜਾ ਫਿਰ ਮੈਨੂੰ ਤੁੱਛ ਜਾਣਦਾ ਤੇ ਲਿਖਿਆ ਮੇਰੇ ਭੇਜਣ ਵਾਲੇ ਨੂੰ ਤੁੱਛ ਜਾਣਦਾ। ਮਤਲਬ ਸਵਰਗ ਦੇ ਮਾਲਕ ਪਰਮੇਸ਼ਰ ਯਹੋਵਾ ਨੂੰ ਵੀ ਲਿਖਿਆ ਤੁੱਛ ਜਾਣਦਾ ਜੀ। ਸਾਡੇ ਮੂੰਹ 'ਚੋਂ ਨਿਕਲਿਆ ਇੱਕ ਸ਼ਬਦ ਜਿਹੜਾ ਹੈਗਾ ਜੇ ਉਹ ਇੰਨਾ ਯਾਦ ਰੱਖਿਓ ਕਿ ਜੇ ਅਸੀਂ ਆਪਣੇ ਦਾਸ ਦੀ ਗੱਲ ਨੂੰ ਨਹੀਂ ਸੁਣਿਆ ਤੇ ਇਹਦਾ ਮਤਲਬ ਪ੍ਰਭੂ ਕਹਿੰਦੇ ਮੇਰੀ ਗੱਲ ਨੂੰ ਨਹੀਂ ਸੁਣਿਆ। ਔਰ ਪ੍ਰਭੂ ਕਹਿੰਦੇ ਜੇ ਮੇਰੀ ਗੱਲ ਨੂੰ ਨਹੀਂ ਸੁਣਿਆ ਤਾਂ ਮਤਲਬ ਤੁਸੀਂ ਸਵਰਗ ਦੇ ਮਾਲਕ ਦੀ ਆਵਾਜ਼ ਨੂੰ ਨਹੀਂ ਸੁਣਿਆ ਹੈਗਾ। ਔਰ ਜੇ ਤੁਸੀਂ ਦਾਸ ਨੂੰ ਤੁੱਛ ਜਾਣਿਆ ਤਾਂ ਪ੍ਰਭੂ ਕਹਿੰਦੇ ਮੈਨੂੰ ਤੁੱਛ ਜਾਣਿਆ। ਔਰ ਜੇ ਪ੍ਰਭੂ ਕਹਿੰਦੇ ਮੈਨੂੰ ਤੁੱਛ ਜਾਣਿਆ ਤੇ ਸਵਰਗ ਦੇ ਪਰਮੇਸ਼ਵਰ ਨੂੰ ਵੀ ਤੁੱਛ ਜਾਣਿਆ। ਸਾਡੇ ਮੂੰਹ 'ਚੋਂ ਇੱਕ ਸ਼ਬਦ ਨਿਕਲਦਾ ਤੇ ਕਿੱਥੋਂ ਤੱਕ ਸਾਨੂੰ ਖੜਾ ਕਰ ਦਿੰਦਾ। ਹੋ ਸਕਦਾ ਸਾਡੇ ਇੱਕ ਮੂੰਹ ਦੇ ਸ਼ਬਦ ਨਾਲ ਅਸੀਂ ਪਾਪ ਦੇ ਵਿੱਚ ਚਲੇ ਜਾਈਏ, ਅਸੀਂ ਜ਼ਿਆਦਾ ਬੁਰਾਈ 'ਚ ਚਲੇ ਜਾਈਏ ਔਰ ਪਰਮੇਸ਼ਵਰ ਦੇ ਰਾਜ ਤੋਂ ਮਤਲਬ ਸਵਰਗ ਰਾਜ ਤੋਂ ਹੀ ਦੂਰ ਹੋ ਜਾਈਏ। ਇਹ ਬੜੀਆਂ ਸੋਚਣ ਵਾਲੀਆਂ ਗੱਲਾਂ ਹੈਗੀਆਂ। ਕਿਉਂਕਿ ਪ੍ਰਭੂ ਜਦੋਂ ਵੀ ਗੱਲ ਕਰਦੇ ਤਾਂ ਆਪਣੇ ਦਾਸ ਦੇ ਦੁਆਰਾ ਹੀ ਜਿਹੜਾ ਵਚਨ ਦੇ ਵਿੱਚੋਂ ਗੱਲ ਕਰਦੇ। ਪ੍ਰਭੂ ਯਾਦ ਰੱਖੋ ਕੁਝ ਇੱਦਾਂ ਦੇ ਕੰਮ ਨਹੀਂ ਕਰਨਗੇ ਕਿ ਇੱਥੇ ਆ ਭੈਣ ਬੈਠੀ ਹੈਗੀ ਉਹਨੇ ਨੀਲਾ ਸੂਟ ਪਾਇਆ, ਪੀਲਾ ਪਾਇਆ, ਜਾਂ ਇੱਦਾਂ ਦੇ ਕੰਮਾਂ ਨਾਲ ਪਰਮੇਸ਼ਰ ਗੱਲ ਨਹੀਂ ਜੇ ਕਰਦੇ। ਪ੍ਰਭੂ ਗੱਲ ਕਰਦੇ ਆਪਣੇ ਵਚਨ ਦੇ ਵਿੱਚੋਂ। ਔਰ ਪ੍ਰਭੂ ਸਿਰਫ ਇਹ ਨਹੀਂ ਕਹਿੰਦੇ ਕਿ ਮੈਂ ਸਿਰਫ ਭੂਤਾਂ ਕੱਢਣੀ ਆਇਆ, ਮੈਂ ਸਿਰਫ ਬਿਮਾਰੀਆਂ ਖਤਮ ਕਰਦਾ, ਇਸ ਕੰਮ ਲਈ ਨਹੀਂ। ਪ੍ਰਭੂ ਆਵਾਜ਼ ਸੁਣਨ ਨੂੰ ਬੜਾ ਜ਼ਿਆਦਾ ਅਹਿਮੀਅਤ ਦਿੰਦੇ ਹੈਗੇ ਜੀ ਕਿ ਆਵਾਜ਼ ਸੁਣਨੀ। ਜਦੋਂ ਜਲ ਪਰਲੇ ਦਾ ਸਮੇਂ ਹੈਗੇ ਸੀ, ਯਾਦ ਰੱਖੋ ਨੂਹ ਨੇ ਜਾ ਕੇ ਪ੍ਰਚਾਰ ਕੀਤਾ ਕਿ ਪਰਮੇਸ਼ਵਰ ਨੇ ਕਿਹਾ ਕਿ ਮੀਂਹ ਪੈਣ ਵਾਲਾ ਹੈਗਾ, ਤੁਸੀਂ ਸਾਰੇ ਬਾਜੋ। ਉਹਨਾਂ ਨੇ ਨਹੀਂ ਸੁਣਿਆ। ਉਹਨਾਂ ਨੇ ਯਾਦ ਰੱਖੋ ਨੂਹ ਦੀ ਇਨਕਾਰ ਨਹੀਂ ਕੀਤਾ, ਉਹਨਾਂ ਨੇ ਪਰਮੇਸ਼ਵਰ ਦਾ ਇਨਕਾਰ ਕਰ ਦਿੱਤਾ। ਕਿਉਂਕਿ ਪ੍ਰਭੂ ਨੇ ਕਿਹਾ ਜਿਹੜਾ ਤੇਰੀ ਸੁਣਦਾ ਤੇ ਉਹ ਮੇਰੀ ਸੁਣਦਾ ਹੈਗਾ। ਔਰ ਜਲ ਪਰਲੇ ਜਿਹੜਾ ਧਰਤੀ 'ਤੇ ਆਇਆ ਹੀ ਆਇਆ, ਸਾਰੇ ਲੋਕ ਨਸ਼ਟ ਹੋ ਗਏ, ਪੂਰੀ ਪ੍ਰਿਥਵੀ ਜਿਹੜੀ ਖਤਮ ਹੋ ਗਈ, ਪੂਰੀ ਧਰਤੀ ਦੇ ਲੋਕ ਜਿਹੜੇ ਖਤਮ ਹੋ ਗਏ।
ਇਹਦਾ ਮਤਲਬ ਯਾਦ ਰੱਖੋ ਕਿ ਆਵਾਜ਼ ਨੂੰ ਸੁਣਨਾ, ਦਾਸ ਦੀ ਗੱਲ ਨੂੰ ਸੁਣਨਾ ਕਿੰਨਾ ਜ਼ਿਆਦਾ ਜ਼ਰੂਰੀ ਹੈ। ਮੈਂ ਫਿਰ ਕਿਹਾ ਕਿ ਸਭ ਤੋਂ ਪਹਿਲਾਂ ਇਹ ਪਤਾ ਹੋਵੇ ਕਿ ਦਾਸ ਸਹੀ ਆ ਜਾਂ ਨਹੀਂ ਹੈਗਾ, ਕਿਉਂਕਿ ਜਦੋਂ ਪਰਮੇਸ਼ਵਰ ਨੇ ਧਰਤੀ ਦੇ ਉੱਪਰ ਨਜ਼ਰ ਮਾਰੀ ਔਰ ਕੀ ਵੇਖਿਆ ਹੈਗਾ ਕਿ ਨੂੰਹ ਤੋਂ ਸਿਵਾ ਕੋਈ ਬੰਦਾ ਜਿਹੜਾ ਪ੍ਰਭੂ ਨੂੰ ਦੇਖਿਆ ਹੀ ਨਹੀਂ ਸੱਚਾਈ ਦੇ ਵਿੱਚ ਹੋਵੇ, ਕੋਈ ਸਿੱਧ ਮਨੁੱਖ ਦੇਖਿਆ ਹੀ ਨਹੀਂ, ਕੋਈ ਧਰਮੀ ਦੇਖਿਆ ਹੀ ਨਹੀਂ। ਔਰ ਪਰਮੇਸ਼ਵਰ ਨੇ ਨੂੰਹ ਨੂੰ ਚੁਣਿਆ ਔਰ ਉਹਨੇ ਕਿਹਾ ਜਾ ਮੇਰੇ ਲੋਕਾਂ ਤੱਕ ਜਾ ਕੇ ਵਚਨ ਦੱਸ ਕਿ ਧਰਤੀ ਦੇ ਜਲ ਪਰਲੇ ਜਿਹੜਾ ਆ ਜਾਏਗਾ ਔਰ ਤੁਸੀਂ ਮਰ ਜਾਓਗੇ। ਉਹਨਾਂ ਨੇ ਨੂੰਹ ਦਾ ਇਨਕਾਰ ਕੀਤਾ, ਉਲਟਾ ਸਗੋਂ ਉਹਦਾ ਮਜ਼ਾਕ ਉਡਾਇਆ, ਉਹਦਾ ਮਜ਼ਾਕ ਉਡਾ ਰਹੇ ਸੀ, ਪਰ ਨੂੰਹ ਦੀ ਫੈਮਿਲੀ ਨੇ ਉਹਦਾ ਸਾਥ ਦੇ ਦਿੱਤਾ, ਜਿਹਦਾ ਕਰਕੇ ਉਹ ਵੀ ਬਚ ਗਿਆ ਗਿਆ। ਉਹ ਇਕੱਲਾ ਨਹੀਂ ਸੀ ਕਰ ਸਕਦਾ, ਛੋਟਾ ਕੰਮ ਨਹੀਂ ਸੀ ਹੈਗਾ ਜਹਾਜ਼ ਬਣਾਉਣਾ। ਆਪਾਂ ਤੇ ਤਾਂ ਸੋਚ ਲਿਆ ਜਹਾਜ਼ ਬਣਾਤਾ। ਜਹਾਜ਼ ਬਣਾਉਣ ਵਾਸਤੇ ਯਾਦ ਰੱਖੋ ਸਭ ਤੋਂ ਪਹਿਲਾਂ ਕਿੰਨੀ ਲੱਕੜ ਜਿਹੜੀ ਉਹਨੂੰ ਕੱਟ ਕੇ ਇਕੱਠੀ ਕਰਨੀ ਪਈ ਹੋਊਗੀ, ਫਿਰ ਉਹਦੀ ਸਾਰੀ ਕਟਾਈ ਛਟਾਈ ਜੋ ਕਰਨਾ ਸੀ ਕਰਨ ਤੋਂ ਬਾਅਦ ਵਿੱਚ ਉਹਨੂੰ ਜਹਾਜ਼ ਨੂੰ ਆਪਾਂ ਇੱਕ ਦਰਵਾਜ਼ਾ ਹੀ ਬਣਾਉਣਾ ਉਹਦੇ ਕਿੰਨਾ ਸਮਾਂ ਲੱਗ ਜਾਂਦਾ ਹੈਗਾ। ਔਰ ਉਹ ਜਹਾਜ਼ ਵਾਸਤੇ ਲੱਕੜ ਕੱਟ ਕੇ ਸੁਕਾਉਣਾ, ਫਿਰ ਉਹਦੀ ਤਿਆਰੀ ਕਰਨੀ ਹੈਗੀ ਆ। ਸਾਰਾ ਕੰਮ ਕਰਨ ਤੋਂ ਬਾਅਦ ਵਿੱਚ ਯਾਦ ਰੱਖੋ ਜਿਹੜਾ ਉਹਨੇ ਪ੍ਰਚਾਰ ਵੀ ਕਰਦਾ ਰਿਹਾ ਔਰ ਜਹਾਜ਼ ਵੀ ਬਣਾਉਂਦਾ ਰਿਹਾ, ਪਰ ਉਹਨਾਂ ਲੋਕਾਂ ਨੇ ਆਵਾਜ਼ ਨੂੰ ਨਹੀਂ ਸੁਣਿਆ ਗਾ। ਉਹ ਨਾਲ ਜਹਾਜ਼ ਬਣਾਉਂਦੇ, ਨਾਲ ਲੋਕਾਂ ਨੂੰ ਪ੍ਰਚਾਰ ਕਰਦਾ ਸੀ ਕਿ ਬਚ ਜਾਓ ਬਚ ਜਾਓ, ਮੀਂਹ ਪੈਣ ਵਾਲਾ, ਤੁਸੀਂ ਸਾਰੇ ਮਾਰੇ ਜਾਓਗੇ, ਔਰ ਕਿਸੇ ਨੇ ਵਿਸ਼ਵਾਸ ਨਹੀਂ ਕੀਤਾ ਗਾ। ਮਤਲਬ ਨੂੰਹ ਦੀ ਆਵਾਜ਼ ਨੂੰ ਕਿਸੇ ਨੇ ਨਹੀਂ ਸੁਣਿਆ ਗਾ। ਉਹ ਪਰਮੇਸ਼ਵਰ ਦਾ ਦਾਸ ਸੀ ਔਰ ਪ੍ਰਭੂ ਨੇ ਕਿਹਾ ਜਿਹੜਾ ਤੁਹਾਡੀ ਸੁਣਦਾ ਉਹ ਮੇਰੀ ਸੁਣਦਾ ਹੈਗਾ। ਔਰ ਜੇ ਕੋਈ ਤੁਹਾਨੂੰ ਤੁੱਛ ਜਾਣਦਾ ਤੇ ਮੈਨੂੰ ਤੁੱਛ ਜਾਣਦਾ ਹੈਗਾ। ਇਸੇ ਕਰਕੇ ਯਾਦ ਰੱਖੋ ਉਹਨਾਂ ਲੋਕਾਂ ਨੇ ਨੂੰਹ ਨੂੰ ਤੁੱਛ ਜਾਣਿਆ, ਮਤਲਬ ਪਰਮੇਸ਼ਵਰ ਨੂੰ ਤੁੱਛ ਜਾਣਿਆ, ਔਰ ਉਹਦਾ ਰਿਜ਼ਲਟ ਕੀ ਨਿਕਲਿਆ ਯਾਦ ਰੱਖੋ, ਉਹ ਸਾਰੇ ਦੇ ਸਾਰੇ ਯਾਦ ਰੱਖੋ ਮਰੇ ਗਏ, ਤਬਾਹ ਹੋ ਗਏ। ਸਾਹਮਣੇ ਪਰਮੇਸ਼ਵਰ ਨੇ ਗੱਲ ਕੀਤੀ, ਪਰ ਫਿਰ ਵੀ ਉਹ ਲੋਕ ਨਹੀਂ ਸਮਝ ਪਾਏ ਹੈਗੇ। ਇੱਕ ਪਰਮੇਸ਼ਵਰ ਨੂੰ ਜਾਣਨ ਵਾਲੇ ਲੋਕ ਸੀ ਜਿਹੜੇ ਸਮਝ ਨਹੀਂ ਪਾਏ ਹੈਗੇ। ਔਰ ਦੂਸਰੇ ਪਾਸੇ ਜੇ ਨੀਨਵੇ ਸ਼ਹਿਰ ਦੇ ਵਿੱਚ ਵੇਖੋਗੇ ਤੇ ਨੀਨਵੇ ਦੇ ਲੋਕ ਜਿਹੜੇ ਹੈਗੇ ਸੀ ਉਹ ਪਰਮੇਸ਼ਵਰ ਨੂੰ ਨਹੀਂ ਜਾਣਦੇ ਹੈਗੇ। ਪਰ ਯੋਨਾ ਨੇ ਜਦੋਂ ਜਾ ਕੇ ਉੱਥੇ ਪ੍ਰਚਾਰ ਕੀਤਾ ਕਿ 40 ਦਿਨ ਦੇ ਵਿੱਚ ਤੁਹਾਡਾ ਸ਼ਹਿਰ ਜਿਹੜਾ ਤਬਾਹ ਕਰ ਦਿੱਤਾ ਜਾਊਗਾ, ਔਰ ਉੱਥੋਂ ਦੇ ਲੋਕਾਂ ਨੇ ਯਾਦ ਰੱਖੋ ਪਰਮੇਸ਼ਵਰ ਦੇ ਦਾਸ ਦੀ ਆਵਾਜ਼ ਨੂੰ ਸੁਣ ਲਿਆ। ਮਤਲਬ ਉਹਨਾਂ ਨੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣ ਲਿਆ, ਉਹਨਾਂ ਆਪਣਾ ਮਨ ਫਿਰਾਇਆ, ਆਪਣੇ ਬੁਰੇ ਕੰਮਾਂ ਤੋਂ ਮੁੜੇ, ਔਰ ਪਰਮੇਸ਼ਵਰ ਨੇ ਯਾਦ ਰੱਖੋ ਉਸ ਦੇਸ਼ ਨੂੰ ਜਿਹੜਾ ਬਹਾਲ ਕਰ ਦਿੱਤਾ। 1,20,000 ਲੋਕ ਸੀ ਜਿਹੜੇ ਮਾਰ ਦਾ ਸਕਦਾ ਸੀ ਪਰਮੇਸ਼ਵਰ, ਪਰ ਕਿਸੇ ਨੂੰ ਵੀ ਨਹੀਂ ਮਾਰਿਆ, ਉਹਨਾਂ ਨੂੰ ਜੀਵਨ ਦਾਨ ਦੇ ਦਿੱਤਾ ਹੈਗਾ। ਇਸੇ ਕਰਕੇ ਪ੍ਰਭੂ ਕਹਿੰਦੇ ਕਿ ਜਿਹੜਾ ਤੁਹਾਡੀ ਗੱਲ ਨੂੰ ਸੁਣਦਾ ਉਹ ਮੇਰੀ ਗੱਲ ਨੂੰ ਸੁਣਦਾ ਹੈ, ਔਰ ਜਿਹੜਾ ਪ੍ਰਭੂ ਕਹਿੰਦੇ ਮੇਰੀ ਗੱਲ ਨੂੰ ਸੁਣਦਾ ਮੇਰੇ ਭੇਜਣ ਵਾਲੇ ਦੀ ਗੱਲ ਨੂੰ ਸੁਣਦਾ ਹੈ। ਪਰ ਜੇ ਕੋਈ ਤੁਹਾਨੂੰ ਤੁੱਛ ਜਾਣਦਾ ਤਾਂ ਮੈਨੂੰ ਤੁੱਛ ਜਾਣਦਾ ਹੈਗਾ। ਇੱਕ ਪਾਸੇ ਜਲ ਪਰਲੇ ਸਮੇਂ ਸਾਰੀ ਦੁਨੀਆ ਮਰ ਗਈ ਆ, ਔਰ ਇੱਕ ਪਾਸੇ ਜਿਹੜੇ ਲੋਕ ਨਹੀਂ ਜਾਣਦੇ ਸਿਰਫ ਆਵਾਜ਼ ਨੂੰ ਸੁਣ ਲਿਆ, ਔਰ ਆਵਾਜ਼ ਸੁਣਨ ਦੇ ਕਾਰਨ ਯਾਦ ਰੱਖੋ ਕਿ 99 ਸਾਰਾ ਸ਼ਹਿਰ ਜਿਹੜਾ ਬਚਾਇਆ ਗਿਆ ਸੀ। ਅੱਜ ਅਸੀਂ ਵੀ ਬਚਾਏ ਜਾ ਸਕਦੇ। ਸਾਡੇ ਅੰਦਰ ਪਰਮੇਸ਼ਵਰ ਦੇ ਅੰਦਰ ਪਰਮੇਸ਼ਵਰ ਦੀ ਭਾਵਨਾ ਹੋਣੀ ਚਾਹੀਦੀ ਕਿ ਪਰਮੇਸ਼ਵਰ ਦਾ ਜਿਹੜਾ ਮਨ ਵਾ ਉਹ ਇੱਕ ਪਿਤਾ ਦੇ ਵਰਗਾ, ਔਰ ਪਿਤਾ ਜਿਹੜਾ ਉਹ ਸਾਡੇ ਨਾਲ ਬਹੁਤ ਜ਼ਿਆਦਾ ਪ੍ਰੇਮ ਕਰਦਾ ਹੈਗਾ ਜੀ। ਪਰਮੇਸ਼ਵਰ ਦੇ ਅੰਦਰ ਕੀ ਹੈਗਾ ਆ ਉਹੀ ਸਾਡੇ ਅੰਦਰ ਹੋਣਾ ਚਾਹੀਦਾ ਹੈ। ਔਰ ਪ੍ਰਭੂ ਦੇ ਅੰਦਰ ਹੈਗਾ ਆ, ਪ੍ਰਭੂ ਯਿਸੂ ਮਸੀਹ ਨੇ ਸਾਨੂੰ ਧਰਤੀ ਦੇ ਕਿ ਆਗਿਆਕਾਰੀ ਸਿਖਾਈ ਹੈਗੀ ਆ, ਉਹਨਾਂ ਦਾ ਆਗਿਆਕਾਰੀ ਆ, ਵਿਸ਼ਵਾਸ ਹੈਗਾ ਆ, ਔਰ ਉਹ ਸਾਡੇ ਅੰਦਰ ਵੀ ਹੋਣਾ ਚਾਹੀਦਾ ਹੈਗਾ। ਹਾਲੇਲੂਇਆ। ਆਈ ਅਸੀਂ ਹੋਰ ਪੜਾਂਗੇ ਮੱਤੀ ਦੀ ਇੰਜੀਲ, ਉਹਦਾ ਵੀ 10 ਅਧਿਆਇ ਵੇਖਾਂਗੇ। 10 ਅਧਿਆਇ ਦੇ 40 ਵਚਨ ਤੋਂ ਜਿਹੜਾ ਆ ਪੜ੍ਹਨਾ ਸ਼ੁਰੂ ਕਰਾਂਗੇ। ਵੇਖੋ ਅਸੀਂ ਗ੍ਰਹਿਣ ਕਿੱਦਾਂ ਕਰਨਾ ਹੈਗਾ ਆ, ਕਿੱਦਾਂ ਜਾਣਨਾ ਦਾਸ ਦੀ ਆਵਾਜ਼ ਨੂੰ। ਕੀ ਲਿਖਿਆ ਹੈਗਾ 40 ਵਚਨ। ਹਾਂਜੀ ਪੜਾਂਗੇ। ਜੋ तुम्हें ग्रहण करता है। ਪ੍ਰਭੂ ਯਿਸੂ ਮਸੀਹ ਨੇ ਇੱਥੇ ਫਿਰ ਆਪਣੇ ਚੇਲਿਆਂ ਨਾਲ ਗੱਲ ਕਰ ਰਹੇ ਹੈਗੇ। ਪ੍ਰਭੂ ਨੇ ਕਿਹਾ ਜਿਹੜਾ ਤੁਹਾਨੂੰ ਗ੍ਰਹਿਣ ਕਰਦਾ ਹੈਗਾ ਆ वे मुझे ग्रहण करता ਉਹ ਮੈਨੂੰ ਗ੍ਰਹਿਣ ਕਰਦਾ ਸੀ। ਉੱਥੇ ਪੜਿਆ ਕੀ ਹੈਗਾ ਸੀ, ਜਿਹੜਾ ਤੁਹਾਡੀ ਸੁਣਦਾ ਆ ਉਹ ਮੇਰੀ ਸੁਣਦਾ। ਤੇ ਪ੍ਰਭੂ ਕਹਿੰਦਾ ਜਿਹੜਾ ਤੁਹਾਨੂੰ ਗ੍ਰਹਿਣ ਕਰਦਾ, ਜਿਹੜਾ ਤੁਹਾਨੂੰ ਆਪਣੇ ਘਰ ਦੇ ਵਿੱਚ ਉਤਾਰਦਾ ਹੈਗਾ, ਜਿਹੜਾ ਦਿਲ ਤੋਂ ਤੁਹਾਡੇ ਨਾਲ ਪ੍ਰੇਮ ਕਰਦਾ ਹੈਗਾ। ਪ੍ਰਭੂ ਕਹਿੰਦੇ ਜਿਹੜਾ ਤੁਹਾਨੂੰ ਗ੍ਰਹਿਣ ਕਰਦਾ ਹੈ ਉਹ ਮੈਨੂੰ ਗ੍ਰਹਿਣ ਕਰਦਾ ਆ। और जो मुझे ग्रहण करता है वे मेरे भेजने वाले को ग्रहण करता। ਪ੍ਰਭੂ ਕਹਿੰਦੇ ਜੇ ਫਿਰ ਜਿਹੜਾ ਤੁਹਾਨੂੰ ਗ੍ਰਹਿਣ ਕਰਦਾ ਤਾਂ ਮੇਰੇ ਭੇਜਣ ਵਾਲੇ ਨੂੰ, ਮਤਲਬ ਪਿਤਾ ਪਰਮੇਸ਼ਰ ਯਹੋਵਾ ਨੂੰ ਵੀ ਗ੍ਰਹਿਣ ਕਰਦਾ। ਉਹ ਆਪਣੇ ਘਰ 'ਚ ਬੁਲਾ ਲੈਂਦਾ ਹੈਗਾ ਆ।
ਫਿਰ ਉਹ ਆਪਣੇ ਦਿਲ ਦਾ ਦਰਵਾਜ਼ਾ ਖੋਲ੍ਹਦਾ, ਚੰਗੀ ਤਰ੍ਹਾਂ ਗ੍ਰਹਿਣ ਕਰਦਾ ਹੈਗਾ, ਆਪਣੇ ਅੰਦਰ ਵਸਾ ਲੈਂਦਾ ਹੈਗਾ, ਜਿਹੜਾ ਆਪਣਾ ਜੀਵਨ ਪਰਮੇਸ਼ਰ ਨੂੰ ਦੇ ਦਿੰਦਾ ਹੈਗਾ। ਉਹਦੇ ਬਾਰੇ ਗੱਲ ਕੀਤੀ ਕਿ ਜਿਹੜਾ ਤੁਹਾਨੂੰ, ਜਿਹਨੇ ਤੁਹਾਡੇ ਦੁਆਰਾ ਜਿਹੜਾ ਹੈ, ਜੇ ਤੁਹਾਨੂੰ ਸਮਝ ਲਿਆ ਤੇ ਪ੍ਰਭੂ ਕਹਿੰਦੇ ਮੈਨੂੰ ਵੀ ਸਮਝ ਲਿਆ, ਔਰ ਜਿਹਨੇ ਮੈਨੂੰ ਸਮਝ ਲਿਆ ਉਹਨੇ ਸਵਰਗ ਦੇ ਪਰਮੇਸ਼ਰ ਨੂੰ ਵੀ ਸਮਝ ਲਿਆ। ਔਰ ਕੀ ਲਿਖਿਆ ਅੱਗੇ ਵੀ, जो भविष्यवक्ता को भविष्यवक्ता जानकर ग्रहण करे वे भविष्यवक्ता का बदला पाएगा। ਯਾਦ ਰੱਖੋ ਲਿਖਿਆ ਜੇ ਕੋਈ ਨਬੀ ਨੂੰ ਨਬੀ ਜਾਣ ਕੇ ਗ੍ਰਹਿਣ ਕਰੇ ਤੇ ਨਬੀ ਦਾ ਫਲ ਪ੍ਰਾਪਤ ਕਰੇਗਾ। ਮੈਂ ਪਹਿਲਾਂ ਇਹਦੇ ਬਾਰੇ ਗੱਲ ਕਰ ਚੁੱਕਿਆ ਕਿ ਨਬੀ ਦੇ ਮੂੰਹ, ਨਬੀ ਦਾ ਮਤਲਬ ਪਰਮੇਸ਼ਵਰ ਦਾ ਮੂੰਹ, ਨਬੀ ਦੇ ਮੂੰਹ 'ਚੋਂ ਜੋ ਨਬੀ ਦਾ ਮਤਲਬ ਜਿਹੜਾ ਵਚਨ ਦੀ ਗੱਲ ਕਰਦਾ ਹੈ। ਨਬੀ ਉਹ ਹੁੰਦਾ ਜਿਹੜਾ ਵਚਨ ਦੀ ਗੱਲ ਕਰਦਾ ਹੈਗਾ, ਕਿਉਂਕਿ ਨਬੀ ਸ਼ਬਦ ਜਿਹੜਾ ਹੈਗਾ ਆ, ਨਬਾ ਸ਼ਬਦ ਜਿਹੜਾ ਜਦੋਂ ਲਿਖਦੇ ਹੈਗੇ ਇਬਰਾਨੀ ਭਾਸ਼ਾ ਵਿੱਚ ਵੀ ਨਬੀ ਸ਼ਬਦ ਇੱਦਾਂ ਹੀ ਲਿਖਿਆ ਜਾਂਦਾ ਹੈਗਾ, ਉਹਨੂੰ ਨਬੀ ਹੀ ਕਿਹਾ ਜਾਂਦਾ ਹੈਗਾ। ਔਰ ਇਬਰਾਨੀ ਭਾਸ਼ਾ 'ਚ ਲਿਖਦੇ ਹੈਗੇ ਆ, ਪਹਿਲਾਂ ਕਹਿੰਦਾ ਨੂਨ, ਬੈਥ, ਯੋਡ ਤੇ ਐਲਫ। ਔਰ ਨੂਨ ਦਾ ਮਤਲਬ ਬੀਜ ਹੁੰਦਾ ਆ, ਬੀਜ ਮਤਲਬ ਪਰਮੇਸ਼ਵਰ ਦਾ ਵਚਨ, ਔਰ ਬੈਥ ਮਤਲਬ ਹੁੰਦਾ ਘਰ, ਵਚਨ ਦਾ ਘਰ, ਜਿਹਦੇ ਘਰ 'ਚ ਜਿਹਦੇ ਵਚਨ ਹੈ, ਵਚਨ ਘਰ ਮਤਲਬ ਅਸੀਂ ਪਰਮੇਸ਼ਵਰ ਦੇ ਘਰ ਹਾਂ। ਯੋਡ ਮਤਲਬ ਹੱਥ, ਔਰ ਐਲਫ ਮਤਲਬ ਸਾਮਰਥ, ਪਾਵਰ। ਨਬੀ ਦਾ ਹੱਥ ਜਿਹੜਾ ਉਹ ਸਾਮਰਥੀ ਹੱਥ ਹੁੰਦਾ ਆ, ਔਰ ਨਬੀ ਦੇ ਮੂੰਹ 'ਚ ਸਿਰਫ ਪਰਮੇਸ਼ਵਰ ਦਾ ਵਚਨ ਹੁੰਦਾ ਜੀ। ਨਬੀ ਦੇ ਮੂੰਹ ਦੇ 'ਚ ਸਿਰਫ ਪਰਮੇਸ਼ਵਰ ਦਾ ਵਚਨ ਹੁੰਦਾ ਜੀ। ਔਰ ਨਬੀ ਉਹ ਕਹਿੰਦਾ ਜੋ ਪਰਮੇਸ਼ਵਰ ਦੱਸਦਾ ਆ। ਅੱਜ ਕੱਲ੍ਹ ਦੇ ਨਬੀਆਂ ਦੇ ਵਾਂਗੂ ਨਹੀਂ, ਅੱਜ ਕੱਲ੍ਹ ਦੇ ਨਬੀਆਂ ਦੇ ਵਾਂਗੂ ਨਹੀਂ ਕਿ ਜਿਨ੍ਹਾਂ ਨੂੰ ਸਿਰਫ ਉਲਟਾ ਪੁਲਟਾ ਦਿਖਦਾ ਰਹਿੰਦਾ ਹੈਗਾ ਕਿ ਕੰਧਾਂ ਨੂੰ ਹੱਥ ਲਾਓ ਤੁਹਾਡੇ ਹੱਥ ਜੁੜ ਜਾਣਗੇ। ਇੱਦਾਂ ਦੇ ਪਰਮੇਸ਼ਰ ਕੰਮ ਨਹੀਂ ਜੇ ਕਰਦਾ। ਪ੍ਰਭੂ ਇਹ ਨਹੀਂ ਕਹਿੰਦਾ ਹੈਗਾ ਕਿ ਮੈਂ ਮਠਿਆਈਆਂ ਵੰਡੂੰਗਾ ਤੇ ਤੁਸੀਂ ਠੀਕ ਹੋ ਜਾਓਗੇ। ਪਵਿੱਤਰ ਆਤਮਾ 'ਚ ਖੁਦ ਇੰਨੀ ਪਾਵਰ ਆ ਕਿ ਉਹ ਕਿਸੇ ਨਾਲ ਵੀ ਗੱਲ ਕਰ ਸਕਦਾ ਹੈ। ਉਹੀ ਪਵਿੱਤਰ ਆਤਮਾ ਜਿਹਨੇ ਮਰੀਮ ਨਾਲ ਜਾ ਕੇ ਮਰੀਮ ਦੇ ਨਾਲ ਗੱਲ ਕੀਤੀ ਹੈਗੀ, ਮਰੀਮ ਦੇ ਢਿੱਡ ਦੇ ਵਿੱਚ ਗਿਆ ਹੈਗਾ, ਲਿਖਿਆ ਤੂੰ ਪਵਿੱਤਰ ਆਤਮਾ ਦੁਆਰਾ ਗਰਭਵਤੀ ਹੋਈ ਹੈਗੀ ਆ। ਔਰ ਉਹਨੇ ਇਹ ਨਹੀਂ ਕਿਹਾ ਕਿ ਤੂੰ ਆਹ ਫਲ ਖਾ ਲੈ ਤੂੰ ਗਰਭਵਤੀ ਹੋ ਜਾਏਗੀ, ਆਹ ਮਠਿਆਈ ਖਾ ਲੈ ਤੈਨੂੰ ਮੁੰਡਾ ਆ ਜਾਊਗਾ, ਇੱਦਾਂ ਨਹੀਂ ਕਿਹਾ ਹੈਗਾ। ਨਬੀ ਮਤਲਬ ਪਰਮੇਸ਼ਵਰ ਦੀ ਗੱਲ ਦੱਸਣ ਵਾਲਾ ਹੁੰਦਾ ਜੀ। ਜਿਹਦੇ ਕੋਲ ਪਰਮੇਸ਼ਵਰ ਦਾ ਵਚਨ ਆ ਉਹ ਨਬੀ ਆ। ਇਹ ਝੂਠੀਆਂ ਭਵਿੱਖਬਾਣੀਆਂ ਕਰਨ ਵਾਲੇ ਨਬੀ ਨਹੀਂ ਹੈਗੇ, ਕਿਉਂਕਿ ਭਵਿੱਖਬਾਣੀਆਂ ਪੌਲਸ ਕਹਿੰਦਾ ਟਲ ਜਾਣਗੀਆਂ, ਇਹ ਖਤਮ ਹੋ ਜਾਣਗੀਆਂ। ਅੰਨ੍ਹਿਆ ਭਾਸ਼ਾ ਜਿਹੜੀਆਂ ਬੋਲੀਆਂ ਵੀ ਸਭ ਜਾਂਦੀਆਂ ਰਹਿਣਗੀਆਂ। ਪਰ ਸਭ ਤੋਂ ਉੱਤਮ ਉਹ ਕਹਿੰਦਾ ਪ੍ਰੇਮ ਹੈਗਾ ਜਿਹੜਾ ਸਾਡੇ ਅੰਦਰ ਹੋਣਾ ਚਾਹੀਦਾ ਹੈਗਾ। ਔਰ ਪ੍ਰੇਮ ਕੀ ਹੈਗਾ ਆ ਕਿ ਅਸੀਂ ਗ੍ਰਹਿਣ ਕਿੱਦਾਂ ਕਰਦੇ ਹੈਗੇ। ਲਿਖਿਆ ਜੇ ਕੋਈ ਨਬੀ ਨੂੰ ਨਬੀ ਜਾਣ ਕੇ ਗ੍ਰਹਿਣ ਕਰੇਗਾ ਤੇ ਨਬੀ ਦਾ ਫਲ ਪ੍ਰਾਪਤ ਕਰੇਗਾ। ਔਰ ਆਪਾਂ ਪਹਿਲੋਂ ਜਿਹੜੇ ਦੋ ਲੋਕਾਂ ਦੇ ਬਾਰੇ ਗੱਲ ਕੀਤੀ, ਜਲ ਪਰਲੇ ਸਮੇਂ ਨਬੀ ਨੂੰ ਨਬੀ ਜਾਣ ਕੇ ਗ੍ਰਹਿਣ ਨਹੀਂ ਕੀਤਾ ਔਰ ਉਹਦਾ ਫਲ ਮਿਲਿਆ। ਪਰ ਉਹ ਫਲ ਕਿਹੜਾ ਸੀ? ਉਹ ਬੁਰਾਈ ਦਾ ਫਲ ਮਿਲ ਗਿਆ ਉਹਨਾਂ ਨੂੰ, ਜਾ ਕੇ ਸਾਰੇ ਮਰ ਗਏ। ਦੂਜੇ ਪਾਸੇ 99 ਦੇ ਲੋਕਾਂ ਨੇ ਨਬੀ ਨੂੰ ਨਬੀ ਜਾਣ ਕੇ ਗ੍ਰਹਿਣ ਕਰ ਲਿਆ, ਪਰਮੇਸ਼ਵਰ ਦਾ ਨਬੀ ਆ, ਔਰ ਸਾਰੇ ਦੇ ਸਾਰੇ ਬਚ ਗਏ। ਸਾਨੂੰ ਇਹ ਚੀਜ਼ਾਂ ਸਿਖਾਉਂਦੀਆਂ ਪਤਾ ਲੱਗਦਾ ਹੈਗਾ ਕਿ ਨਬੀ ਦਾ ਮਤਲਬ ਕੀ ਹੈਗਾ, ਕਿੱਦਾਂ ਗ੍ਰਹਿਣ ਕਰਨਾ ਹੈਗਾ ਉਹਨੂੰ। ਜਿਹੜਾ ਆਪਣੇ ਕੰਮ ਉੱਪਰ ਟਿਕਿਆ ਰਿਹਾ ਹੈਗਾ, ਜਿਹਨੇ ਸਿਰਫ ਇੱਕ ਹੀ ਗੱਲ ਦਾ ਪ੍ਰਚਾਰ ਕੀਤਾ ਕਿ ਤੁਸੀਂ ਬਰਬਾਦ ਹੋ ਜਾਣਾ ਹੈਗਾ, ਔਰ ਜੋ ਨਾ ਜਾ ਕੇ ਸਿਰਫ ਇੱਕ ਵਾਰੀ ਕਹਿ ਕੇ ਨਹੀਂ ਹਟ ਗਿਆ, ਉਹ ਲਗਾਤਾਰ ਲੱਗਾ ਰਿਹਾ ਔਰ ਇੱਕ ਦਿਨ ਉਹਨਾਂ ਨੂੰ ਬਦਲ ਕੇ ਹੀ ਹਟਿਆ। ਮਤਲਬ 40 ਦਿਨ ਦੇ ਵਿੱਚ ਉਹਨਾਂ ਨੇ ਜਿਹੜਾ ਨਸ਼ਟ ਹੋ ਜਾਣਾ ਸੀ, ਔਰ 37 ਦਿਨ ਤੱਕ ਲਗਾਤਾਰ ਉਹ ਪ੍ਰਚਾਰ ਕਰਦਾ ਰਿਹਾ ਹੈਗਾ ਕਿ ਤੁਸੀਂ ਮਰ ਜਾਓਗੇ, ਤਬਾਹ ਹੋ ਜਾਓਗੇ। ਔਰ 3 ਦਿਨ ਦੇ ਵਿੱਚ ਉਹਨਾਂ ਦਾ ਜਿਹੜਾ ਜੀਵਨ ਬਦਲੀ ਹੋ ਗਿਆ। ਸਾਰਾ ਕੁਝ ਛੱਡ ਕੇ ਉਹ ਪ੍ਰਭੂ ਨੂੰ ਆਪਣਾ ਜੀਵਨ ਦੇ ਕੇ ਪ੍ਰਭੂ ਦੇ ਪਿੱਛੇ ਹੋ ਗਏ। ਨਬੀ ਦਾ ਫਲ ਪ੍ਰਾਪਤ ਕੀਤਾ, ਮਤਲਬ ਉਹਨਾਂ ਨੇ ਜੀਵਨ ਨੂੰ ਪ੍ਰਾਪਤ ਕਰ ਲਿਆ। ਅੱਜ ਜੇ ਅਸੀਂ ਵਚਨ ਸੁਣਨ ਤੋਂ ਬਾਅਦ ਸਾਡਾ ਮਨ ਬਦਲਦਾ, ਸਾਡਾ ਹਿਰਦਾ ਬਦਲਦਾ, ਇਹਦਾ ਮਤਲਬ ਅਸੀਂ ਫਲ ਪ੍ਰਾਪਤ ਕਰ ਸਕਦੇ ਹੈਗੇ। ਔਰ ਕੀ ਲਿਖਿਆ ਅੱਗੇ, और जो धर्मी को धर्मी जानकर ग्रहण करे वे धर्मी का बदला पाएगा। लिखा जे कोई धर्मी नूं धर्मी जान के ग्रहण करे तो धर्मी का फल प्राप्त करेगा। अब्राहम नूं परमेश्वर ने धर्मी ठहराया, याद रखो। प्रभु ने कहा कि तू धर्मी आ, तेरे तो धार्मिकता जिहड़ी शुरू हुंदी हैगी आ। और जिहड़े अज अब्राहम दी वंश च जाई जांदे, अब्राहम दे पुत्र बनते जांदे हैगे आ, वो याद रखो वो फल प्राप्त करनगे। प्रभु यीशु मसीह जो जक्की के घर दे जाते हैगे आ, और जक्की बहुत ज़्यादा पाप दे विच फसिया होया, और प्रभु यीशु मसीह धर्मी हैगे। वचन च लिखा कि वो धर्मी आ।
ਬਾਕੀ ਸਭ ਸਾਰੀ ਦੁਨੀਆ ਨਾਲ ਚੱਲਦੀ, ਬੜੀ ਭੀੜ ਨਾਲ ਚੱਲਦੀ ਹੈਗੀ ਆ, ਔਰ ਕੋਈ ਵੀ ਪ੍ਰਭੂ ਯਿਸੂ ਮਸੀਹ ਨੂੰ ਗ੍ਰਹਿਣ ਨਹੀਂ ਕਰ ਰਿਹਾ ਹੈਗਾ। ਪਰ ਜੱਕੀ ਦੇ ਅੰਦਰ ਇੱਕ ਚਾਹਤ ਹੈਗੀ ਕਿ ਅੱਜ ਪ੍ਰਭੂ ਯਿਸੂ ਮਸੀਹ ਨੂੰ ਵੇਖਣਾ ਹੈਗਾ, ਅੱਜ ਮੈਂ ਮਿਲਣਾ ਚਾਹੁੰਦਾ ਹੈਗਾ, ਔਰ ਭੀੜ ਨੂੰ ਅੱਗੇ ਨਹੀਂ ਜਾਣ ਦਿੰਦੀ ਹੈਗੀ। ਪਰ ਉਹ ਕੀ ਕਰਦਾ ਹੈਗਾ, ਭੱਜ ਕੇ ਇੱਕ ਰੁੱਖ ਦੇ ਉੱਪਰ ਚੜ੍ਹਦਾ ਹੈਗਾ। ਉਹ ਰੁੱਖ ਤੇ ਚੜ੍ਹ ਕੇ ਪ੍ਰਭੂ ਯਿਸੂ ਮਸੀਹ ਜਦੋਂ ਉੱਥੇ ਆਉਂਦੇ ਹੈਗੇ ਤਾਂ ਕਹਿੰਦੇ ਜੱਕੀ ਥੱਲੇ ਆ ਜਾ, ਜੇ ਤੇਰੇ ਘਰ ਜਾਣਾ ਮੈਂ। ਔਰ ਜੱਕੀ ਜਿਹੜਾ ਹੈਗਾ ਆ ਉਹ ਪੂਰੀ ਰੀਝ ਨਾਲ ਮਤਲਬ ਕਿ ਪ੍ਰਭੂ ਨੂੰ ਗ੍ਰਹਿਣ ਕਰ ਲੈਂਦਾ ਹੈਗਾ, ਪ੍ਰਭੂ ਨੂੰ ਗ੍ਰਹਿਣ ਕਰਦਾ ਹੈਗਾ। ਪੂਰਾ ਜੀਵਨ ਪ੍ਰਭੂ ਨੂੰ ਤਾਂ ਆਪਣੀ ਧਨ ਸੰਪत्ति ਸਭ ਕੁਝ ਦੇਣ ਲਈ ਤਿਆਰ ਹੋ ਜਾਂਦਾ ਹੈਗਾ। ਲਿਖਿਆ ਜੇ ਧਰਮੀ ਨੂੰ ਧਰਮੀ ਜਾਣ ਕੇ ਗ੍ਰਹਿਣ ਕਰੇਗਾ ਤਾਂ ਧਰਮੀ ਦਾ ਫਲ ਪ੍ਰਾਪਤ ਕਰੇਗਾ। ਔਰ ਧਰਮੀ ਦਾ ਫਲ ਉਹਨੂੰ ਕੀ ਮਿਲਿਆ ਹੈਗਾ, ਪਰਮੇਸ਼ਰ ਨੇ ਕਿਹਾ ਇਹ ਵੀ ਕਿ ਅੱਜ ਤੋਂ ਅਬਰਾਹਮ ਦਾ ਪੁੱਤਰ ਆ। ਧਰਮੀ ਦਾ ਫਲ ਇਹ ਹੈਗਾ ਜੇ ਅਬਰਾਹਮ ਦੇ ਪੁੱਤਰ ਬਣ ਜਾਣਾ, ਮਤਲਬ ਅਬਰਾਹਮ ਦੀ ਗੋਦ ਵਿੱਚ ਜਾ ਕੇ ਬੈਠ ਜਾਣਾ। ਅਸੀਂ ਧਨੀ ਔਰ ਜਿਹੜਾ ਕੰਗਾਲ ਬਾਰੇ ਪੜ੍ਹਦੇ, ਲਾਜ਼ਰ ਕੰਗਾਲ ਬਾਰੇ, ਧਨੀ ਵੀ ਯਾਦ ਰੱਖੋ ਉਹਦੇ ਕੋਲ ਸਭ ਕੁਛ ਹੀ। ਪਰਮੇਸ਼ਰ ਨੇ ਇੱਕ ਮੌਕਾ ਦਿੱਤਾ ਕਿ ਤੇਰੇ ਘਰ ਦੇ ਸਾਹਮਣੇ ਵੇਖ ਇੱਕ ਬੰਦਾ ਪਿਆ ਜਿਹੜਾ ਪਰਮੇਸ਼ਰ ਨੂੰ ਜਾਣਦਾ, ਜਿਹੜਾ ਹਰ ਸਮੇਂ ਸਿਰ ਪ੍ਰਭੂ ਦਾ ਧੰਨਵਾਦ ਕਰਦਾ ਹੈਗਾ। ਔਰ ਧਨੀ ਬੰਦੇ ਕੋਲ ਸਭ ਕੁਛ ਹੈਗਾ ਪਰ ਇੱਕ ਟੁਕੜਾ ਵੀ ਉਹਨੂੰ ਨਹੀਂ ਦੇ ਸਕਿਆ ਕਦੀ। ਔਰ ਉਹਨੇ ਧਰਮੀ ਨੂੰ ਧਰਮੀ ਜਾਣ ਕੇ ਗ੍ਰਹਿਣ ਨਹੀਂ ਕੀਤਾ ਤਾਂ ਉਹਨੂੰ ਕਿਹੜਾ ਫਲ ਮਿਲ ਗਿਆ, ਯਾਦ ਰੱਖੋ, ਨਰਕ 'ਚ ਜਾਣਾ ਪਿਆ, ਨਰਕ 'ਚ ਜਾਣਾ ਪਿਆ। ਪਰ ਲਾਜ਼ਰ ਜਿਹੜਾ ਹੈਗਾ ਉਹ ਪਰਮੇਸ਼ਵਰ ਦੇ ਅੱਗੇ ਬਣਿਆ ਰਿਹਾ ਹੈਗਾ, ਔਰ ਉਹਨੂੰ ਕਿੱਥੇ ਰੱਖ ਦਿੱਤਾ ਹੈਗਾ, ਅਬਰਾਹਮ ਦੀ ਗੋਦ ਵਿੱਚ ਜਾ ਕੇ ਰੱਖ ਦਿੱਤਾ ਹੈਗਾ। ਮਤਲਬ ਧਰਮੀ ਨੂੰ ਧਰਮੀ ਦਾ ਬਦਲਾ ਮਿਲ ਜਾਂਦਾ ਹੈ। ਤੁਸੀਂ ਕੀ ਸੋਚ ਕੇ ਗ੍ਰਹਿਣ ਕਰਦੇ ਹੈਗੇ? ਧਰਮੀ ਨੂੰ ਧਰਮੀ ਦਾ ਬਦਲਾ ਪਰਮੇਸ਼ਵਰ ਦੇ ਸਕਦੇ ਹੈਗੇ। ਅਸੀਂ ਨਬੀ ਜਾਣ ਕੇ ਗ੍ਰਹਿਣ ਕੀਤਾ, ਪਰਮੇਸ਼ਵਰ ਤੇਰਾ ਦਾਸ ਆਇਆ ਸੀ। ਅੱਜ ਜੋ ਕੁਛ ਇਹਨਾਂ ਨੇ ਕਿਹਾ ਪ੍ਰਭੂ ਅਸੀਂ ਉਹਨੂੰ ਗ੍ਰਹਿਣ ਕਰਦੇ, ਔਰ ਅਸੀਂ ਤੇ ਪੂਰਾ ਚੱਲਦੇ ਹੈਗੇ, ਅਸੀਂ ਇਹਨੂੰ ਮੰਨਦੇ ਹੈਗੇ, ਆਪਣੇ ਜੀਵਨ 'ਚ ਲੈ ਲੈਂਦੇ ਹੈਗੇ ਪੂਰੇ ਦਾ ਪੂਰਾ। ਉਹ ਪਰਮੇਸ਼ਵਰ ਦੇ ਹੁਕਮ, ਪਰਮੇਸ਼ਵਰ ਦੀ ਆਗਿਆ ਜਿਹੜੀਆਂ ਪਰਮੇਸ਼ਵਰ ਦੇ ਦਾਸ ਦੇ ਮੂੰਹ 'ਚੋਂ ਨਿਕਲ ਗਿਆ ਉਹਨਾਂ ਨੂੰ ਗ੍ਰਹਿਣ ਕਰ ਲੈਣਾ। ਇਹੀ ਯਾਦ ਰੱਖੋ ਸਾਡਾ ਫਲ ਹੈਗਾ। ਪ੍ਰਭੂ ਨੇ ਕਿਹਾ ਤੁਸੀਂ ਕਿੱਦਾਂ ਗ੍ਰਹਿਣ ਕਰਦੇ ਕਿ ਤੁਹਾਨੂੰ ਉਹ ਫਲ ਜਿਹੜਾ ਮੈਂ ਜ਼ਰੂਰ ਦਾਂਗਾ। ਔਰ ਅੱਗੇ ਕੀ ਲਿਖਿਆ ਹੈਗਾ ਵੇਖੋ, जो कोई इन छोटे में से एक को मेरा चेला जानकर केवल एक कटोरा ठंडा पानी पिलाए, मैं तुमसे सच कहता हूँ वे किसी रीति से अपना प्रतिफल ना खोएगा। याद रखो प्रभु यीशु मसीह एक गल करते हैगे आ, लिखा कि जिन्होंने मैं भेजा मतलब ग्रहण कर रहे हैं, इन्हों चो लिखा एक नूं भी मेरा चेला जान के, छोटे तो छोटे नूं मेरा चेला जान के कोई की करे, एक गिलास जिहड़ा की पिया दे जूस का, कि चिकन मटन खवा दे उन्होंने, ਉਹਦੀਆਂ ਰੀਝਾਂ ਪੂਰੀਆਂ ਕਰਦੇ। ਇਹਦਾ ਨਹੀਂ ਲਿਖਿਆ, ਲਿਖਿਆ ਸਿਰਫ ਇੱਕ ਗਲਾਸ ਇੱਕ ਠੰਡਾ ਪਾਣੀ ਦਾ ਪਿਆ ਦਿੱਤਾ ਤੇ ਪ੍ਰਭੂ ਕਹਿੰਦੇ ਉਹ ਆਪਣੀ ਬਰਕਤ ਕਦੀ ਵੀ ਨਹੀਂ ਗਵਾਏਗਾ। ਇਹਦਾ ਸਾਫ਼ ਮਤਲਬ ਹੈਗਾ ਕਿ ਜੇ ਸਾਡਾ ਫਲ ਕਿਤੇ ਰੁਕਿਆ ਹੈਗਾ ਉਹ ਇਸ ਕਰਕੇ ਰੁਕਿਆ ਕਿ ਅਸੀਂ ਅਜੇ ਤੱਕ ਪ੍ਰਭੂ ਨੂੰ ਜਾਂ ਉਹਦੇ ਦਾਸ ਨੂੰ ਅਜੇ ਉਸ ਤਰੀਕੇ ਨਾਲ ਗ੍ਰਹਿਣ ਨਹੀਂ ਕੀਤਾ ਜਿੱਦਾਂ ਪ੍ਰਭੂ ਸਾਨੂੰ ਕਹਿੰਦੇ ਹੈਗੇ। ਆਪਣੇ ਦਾਸ ਦੀ ਆਵਾਜ਼ ਨੂੰ ਸੁਣ ਲੈਣਾ, ਕਿਉਂਕਿ ਦਾਸ ਦੀ ਆਵਾਜ਼ ਨੂੰ ਸੁਣਨ ਦਾ ਮਤਲਬ ਹੈਗਾ ਆ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣ ਲੈਣਾ। ਔਰ ਜਿਹੜਾ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦਾ ਉਹ ਸਵਰਗ ਦੇ ਮਾਲਕ ਦੀ ਆਵਾਜ਼ ਨੂੰ ਸੁਣਦਾ ਹੈਗਾ। ਪਰਮੇਸ਼ਵਰ ਨੇ ਆਪਣੇ ਦਾਸ ਦੇ ਜ਼ਰੀਏ ਕੰਮ ਕਰਨਾ ਹੈਗਾ, ਉਹਨਾਂ 'ਤੇ ਆਪਣਾ ਭੇਤ ਪ੍ਰਗਟ ਉਹਨਾਂ ਨੂੰ ਦੱਸਣਾ ਹੈਗਾ, ਵਚਨ ਦੇ ਜ਼ਰੀਏ ਗੱਲ ਕਰਨੀ ਹੈਗੀ। ਜਦੋਂ ਵਚਨ ਸਾਡੇ ਜੀਵਨ 'ਚ ਪਹੁੰਚਿਆ, ਸਾਡੇ ਘਰ 'ਚ ਪਹੁੰਚ ਗਿਆ, ਇਹਦਾ ਮਤਲਬ ਅਸੀਂ ਜਿਹੜਾ ਆ ਉੱਠ ਕੇ ਪ੍ਰਭੂ ਨੂੰ ਪੂਰਾ ਜੀਵਨ ਜਿਹੜਾ ਆਪਣਾ ਦੇ ਦਈਏ ਔਰ ਅਸੀਂ ਪ੍ਰਭੂ ਦੇ ਨਾਲ ਜਿਹੜਾ ਉਹਦੇ ਰਾਜ ਦੇ ਵਿੱਚ ਜਿਹੜਾ ਰਹਿ ਸਕੀਏ। ਅਸੀਂ ਜੇ ਸਵਰਗ ਰਾਜ ਪ੍ਰਾਪਤ ਕਰਨਾ ਹੈਗਾ ਇਹਦਾ ਮਤਲਬ ਹੈਗਾ ਅਸੀਂ ਗ੍ਰਹਿਣ ਕਰੀਏ ਸਭ ਤੋਂ ਪਹਿਲਾਂ, ਔਰ ਉਸ ਤੋਂ ਵੱਡੀ ਗੱਲ ਕਿ ਅਸੀਂ ਸੁਣੀਏ। ਪ੍ਰਭੂ ਕਹਿੰਦਾ ਜਿਹੜਾ ਤੁਹਾਡੀ ਸੁਣਦਾ ਤੇ ਉਹ ਮੇਰੀ ਸੁਣਦਾ। ਜੋ ਕੁਛ ਤੁਹਾਨੂੰ ਕਹਿ ਦਿੱਤਾ ਗਿਆ ਉਹਦੇ 'ਤੇ ਮਨ ਲਗਾ ਲਓ ਔਰ ਉਹਨੂੰ ਸੁਣੋ, ਤਾਂ ਪ੍ਰਭੂ ਜਿਹੜਾ ਆਉਣ ਵਾਲੇ ਦਿਨਾਂ 'ਚ ਸਾਨੂੰ ਬਹੁਤ ਜ਼ਿਆਦਾ ਉੱਚਾ ਕਰੇਗਾ। ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ ਪ੍ਰਭੂ ਬਹੁਤ ਸਾਰੀ ਬਰਕਤ ਦੇਵੇ। ਆਈਏ ਅਸੀਂ ਪ੍ਰਭੂ ਦੀ ਦਾਸੀ ਦੇ ਨਾਲ ਪ੍ਰਾਰਥਨਾ ਕਰਾਂਗੇ। ਹਾਲੇਲੂਇਆ। ਸਮਰਥੀ ਪਰਮੇਸ਼ਵਰ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦੇ ਪ੍ਰਭੂ ਦੇ ਪ੍ਰਭੂ